ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम नाइम ब्रदर्स टीवी मुबारक जी ਤੁਹਾਡੀ ਖidmat 'ਚ ਹਾਜ਼ਰ ਹੈ ਨਾਜ਼ਰੀਨ ਸਾਡਾ ਚੈਨਲ ਨਾਈਮ ਬ੍ਰਦਰਸ ਟੀਵੀ ਸਬਸਕ੍ਰਾਈਬ ਕਰੋ ਕਿ ਅੱਜ ਮੁਹੰਮਦ ਅਜ਼ਹਰ ਤਾਹਰ ਸਾਹਿਬ ਅਮਰੀਕਾ ਤੋਂ ਸਾਡੇ ਨਾਲ ਨੇ ਇਹਨਾਂ ਦੇ ਕੋਲੋਂ ਪੁੱਛਾਂਗੇ ਕਿ 28 ਮਈ ਨੂੰ ਇਹ ਵੀ ਉੱਥੇ ਸੀ ਲਾਹੌਰ ਉਸੇ ਜਗ੍ਹਾ ਤੇ ਜਿੱਥੇ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਦੂਸਰਾ ਇਹਨਾਂ ਦੇ ਘਰ ਨੂੰ ਮਕਾਨ ਨੂੰ ਦੁਕਾਨਾਂ ਨੂੰ ਅੱਗ ਵੀ ਲਾਈ ਗਈ ਇਸੇ ਬਾਰੇ 'ਚ ਅਸੀਂ ਰਾਬਤਾ ਕੀਤਾ ਤਾਂ ਕਿ ਇਹਨਾਂ ਦੀ ਗੱਲਬਾਤ ਸੁਣੀਏ अस्सलाम वालेकुम जी वालेकुम अस्सलाम बरकत। हाँ जी बहुत शुक्रिया ਤੁਸੀਂ ਨਾਈਮ ਬ੍ਰਦਰਸ ਟੀਵੀ ਨੂੰ ਟਾਈਮ ਦਿੱਤਾ ਤੁਸੀਂ ਠੀਕ ਠਾਕ सर जज़ाक अल्हम्दुलिल्लाह अल्हम्दुलिल्लाह। ਕਿਹੜੀ ਜਗ੍ਹਾ ਤੋਂ मैं सर ਪਾਕਿस्तान ਤੋਂ ਥੋੜਾ मेरा ਤਾਰਫ ਕਰਾ ਦਿਓ पाकिस्तान लाहौर तो तल्लक सर। ਅੱਛਾ ਬਸ ਬਹੁਤ ਇੰਨਾ ਹੀ ਬਹੁਤ ਮਾਸ਼ਾਅੱਲਾ ਕਿ ਤੁਸੀਂ ਲਾਹੌਰ ਦੇ ਜੇ ਕਿਉਂਕਿ ਲਾਹੌਰ जी ਦੇ सर ਬੰਦੇ ਤੇ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਨਾ ਇਹ ਤੇ ਮੈਨੂੰ ਪਤਾ जी ਹੈ ਨੀ? जी सर। ਤੇ अच्छा ਇਹ सर ਆਪਣਾ ਦੱਸੋ ਕਿ ਤੁਸੀਂ ਦੱਸਿਆ ਕਿ ਪਹਿਲੀ ਦਫਾ ਤੁਹਾਡੇ ਮਕਾਨ ਨੂੰ ਵੀ ਨੁਕਸਾਨ ਪਹੁੰਚਾਇਆ ਉਹ ਕਿਹੜੇ ਸੰਨ ਚ ਪਹੁੰਚਾਇਆ ਗਿਆ ये 1953 च होए सी। ਤੇ ਉਹਦੇ 'ਚ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ नुकसान है पूरा घर जला छड़िया सी, कोई लुट के ले गया सी, कोई समान जला छड़िया सी। ਅੱਛਾ ਤੁਹਾਡਾ ਪਤਾ ਸੀ ਉਹਨਾਂ ਨੂੰ ਕਿ ਤੁਸੀਂ ਅਹਿਮਦੀ ਜੇ जी बिल्कुल, क्योंकि साडा उस इलाके च मुगलपुर रेलवे क्वार्टर ने वो कल्ले घर साडा सी। ਅੱਛਾ ਤੇ ਕਿਸੇ ਨੇ ਉੱਥੇ ਤੁਹਾਡੀ ਮਦਦ ਨਹੀਂ ਕੀਤੀ ਜਦੋਂ ਉਹ ਅੱਗ ਸ਼ੱਗ ਲਾ ਰਹੇ ਸੀ नहीं नहीं, वो तो फिर वालदैन ने जिस तरह भी किते हो के जान बचाई अपनी ते ਇਹਨਾਂ ਤੇ ਕਿਹਾ ਸੀ ਨਾ ਅੱਗ ਲਾ ਛੜੋ ਇਹਨਾਂ ਨੂੰ ਵੀ ਸਾੜ ਛੜੋ ਅੱਲਾਹ ਤਾਲਾ ਨੇ ਬਚਾਤਾ ਫਿਰ ਉਹ ਘਰੋਂ ਚਲੇ ਗਏ ਸੀ ਜਿਹੜੇ ਗਲ 'ਚ ਕੱਪੜੇ ਪਏ ਸੀ ਉਹੀ ਬਚੇ ਸੀ ਬਾਕੀ ਤਾਂ ਹਰ ਚੀਜ਼ ਜਲਾ ਦਿੱਤੀ ਕੋਈ ਲੁੱਟ ਕੇ ਲੈ ਗਏ ਸੀ ਅੱਛਾ ਅੱਛਾ ਜੀ ਇਹ ਸਰ ਤੇ ਆਪਣਾ ਇਹਦਾ ਮਤਲਬ ਸ਼ੁਰੂ ਤੋਂ ਨਫ਼ਰਤ ਦੀ ਅੱਗ ਚੱਲਦੀ ਪਈ ਹੈ ਪਾਕਿਸਤਾਨ 'ਚ ਜੀ ਬਿਲਕੁਲ ਹਾਂ ਜੀ ਉਦੋਂ ਇੰਨੀ ਨਹੀਂ ਹੁੰਦੀ ਸੀ ਉਦੋਂ ਨਹੀਂ ਇੰਨੀ ਹੁੰਦੀ ਸੀ ਤੇ ਤੁਹਾਡੀ ਹੈ ਜ਼ਰੂਰ ਸੀ ਹਾਲਤ ਉਮਰ ਕਿੰਨੀ ਸਰ ਉੱਥੇ ਕਿੰਨਾ ਦੀ ਹਾਂਜੀ ਮੇਰੀ ਇਸ ਟਾਈਮ ਹੈਗੀ ਜੇ 66 ਇੱਕ ਉਹ ਤੇ ਤੁਹਾਡੇ ਵਾਲदैन ਦੇ ਨਾਲ ਇਹ ਵਾਕਿਆ ਪੇਸ਼ ਆਇਆ ਤੁਸੀਂ ਤੇ ਉਦੋਂ ਮੇਰਾ ਖਿਆਲ ਹੈ ਕਿ ਨਹੀਂ ਸੀ ਹਾਂ ਜੀ ਮੇਰੀ ਨਵੰਬਰ ਦੀ ਪੈਦਾਇਸ਼ ਹੈ 53 ਦੀ ਕਿਉਂਕਿ 53 ਦੇ ਪਹਿਲੇ ਦਾ ਵਾਕਿਆ ਹੈਗਾ ਤੇ ਉਹਦੇ ਬਾਅਦ ਫਿਰ ਤੁਸੀਂ ਦੱਸਿਆ ਮੈਨੂੰ ਕਿ ਤੁਹਾਡੇ ਉਹਦੇ ਬਾਅਦ ਫਿਰ ਸਾਡਾ ਵਾਕਿਆ ਰਿਹਾ 7 ਜੂਨ 1999 ਅੱਛਾ 7 ਜੂਨ 1999 ਚ ਤੇ ਜਦੋਂ ਪਹਿਲੀ ਦਫਾ ਘਰ ਨੂੰ ਅੱਗ ਲੱਗੀ ਉਹਦੇ ਬਾਅਦ ਕੋਈ ਰਿਜ਼ਕ 'ਚ ਕਮੀ ਦੇਖੀ ਘਰ 'ਚ ਜਾਂ ਖਾਂਦੇ ਨਹੀਂ ਪੀਂਦੇ ਰਹੇ ਅਲਹਮਦੁਲਿਲਾ ਅਲਹਮਦੁਲਿਲਾ ਸਾਰੇ ਸਾਡਾ ਘਰ ਬੜਾ ਅੱਛਾ ਸਿਸਟਮ ਚੱਲਦਾ ਪਿਆ ਸੀ 2 ਦੁਕਾਨਾਂ ਸਾਡੀਆਂ ਜਾਤੀ ਸੀ ਮੈਂ ਵੀ ਜੌਬ ਕਰਦਾ ਮੇਰਾ ਵੱਡਾ ਭਾਈ ਸਾਰੇ ਜੌਬਾਂ ਕਰਦੇ ਸੀ ਮਾਸ਼ਾਅੱਲਾ ਤੇ ਅਲਹਮਦੁਲਿਲਾ ਬੜਾ ਅੱਛਾ ਸ਼ੁਕਰ ਅਲਹਮਦੁਲਿਲਾ ਜਿੰਨਾ ਖੁਦਾ ਦਾ ਸ਼ੁਕਰ ਅਦਾ ਕਰੀਏ ਉਨਾ ਹੀ ਘੱਟ ਸੀ ਬੜਾ ਇੱਜ਼ਤ ਨਾਲ ਵਕਤ ਪਾਸ ਹੁੰਦਾ ਮਾਸ਼ਾਅੱਲਾ ਤੇ ਉਹਦੇ ਬਾਅਦ ਕੀ ਹੋਇਆ ਜਿਹੜਾ ਹੁਣ ਦੂਸਰੀ ਤਾਰੀਖ ਦੱਸੀ ਤੁਸੀਂ ਇਹ 7 ਜੂਨ 1999 ਸਾਡੇ ਗੁਲਸ਼ਨ ਪਾਰਕ ਮੇਨ ਬਾਜ਼ਾਰ ਵਿੱਚ ਖਤਮੇ ਨਬੂਵਤ ਕਾਨਫਰੰਸ ਕਰਦੇ ਹੁੰਦੇ ਜੀ ਜੀ ਇਹ ਜੁਮੇਰਾਤ ਵਾਲੇ ਦਿਨ ਕਾਨਫਰੰਸ ਹੋਈ ਹੈ ਤੀਸਰੀ ਕਾਨਫਰੰਸ ਇਹਨਾਂ ਦੀ ਹੋਈ ਜੀ ਜੀ ਤੇ ਉਹਨਾਂ ਨੇ ਫਿਰ ਕਿਹਾ ਜੀ ਇਹਨਾਂ ਨੂੰ ਮਾਰਨਾ ਜਾਇਜ਼ ਹੈ ਇਹਨਾਂ ਨੂੰ ਲੁੱਟਣਾ ਜਾਇਜ਼ ਹੈਗਾ ਜੀ ਜੀ ਇਹਨਾਂ ਨੂੰ ਖਤਮ ਕਰ ਛੱਡੋ ਸਾਨੂੰ ਅੱਛਾ ਉਸ ਦਿਨ ਤੇ ਫਿਰ ਰਾਤ ਨੂੰ ਤੇ ਕੋਈ ਗੱਲ ਨਾ ਹੋਈ ਤੇ ਫਿਰ ਅਗਲੇ ਦਿਨ ਜੁਮੇ ਵਾਲੇ ਦਿਨ ਜੀ ਜੀ ਸ਼ਾਮੀ 5:45 ਵਜੇ ਦੇ ਕਰੀਬ ਇਹ ਜਲੂਸ ਉਸ ਤੋਂ ਪਹਿਲੇ 5 ਮਿੰਟ ਪਹਿਲੇ ਜਲੂਸ ਆਇਆ ਉਹਨਾਂ ਨੇ ਆ ਕੇ ਸ਼ੋਰਮੂਨ ਚ ਆਇਆ ਤੇ ਸਾਡੀ 10 ਨੰਬਰ ਕਿਉਂਕਿ ਗੁਲਸ਼ਨ ਪਾਰਕ ਸਾਡਾ ਕਿਉਂਕਿ ਜਮਾਤ ਦੀ ਉਹ ਮਰਜ਼ਈਆਂ ਦੀ ਗਲੀ ਬਹੁਤ ਮਸ਼ਹੂਰ ਸੀ ਅਹਿਮਦੀ ਦੀ ਗਲੀ ਮਸ਼ਹੂਰ ਸੀ ਅੱਛਾ ਤੇ ਉਸ ਸਾਡੇ ਮਸਜਿਦ ਦੇ ਸਾਹਮਣੇ ਘਰ ਸੀ ਸੂਫੀ ਸਾਦਕ ਸਾਹਿਬ ਦਾ ਜੀ ਜੀ ਉਹਨਾਂ ਦੇ ਦਰਵਾਜ਼ੇ ਤੇ ਕਲਮੇ ਦਾ ਸਟicker ਲੱਗਾ ਹੋਇਆ ਸੀ ਠੀਕ ਜਦੋਂ ਉੱਥੇ ਜਲੂਸ ਗੁਜ਼ਰਿਆ ਤਾਂ ਉਹਨਾਂ ਨੇ ਦੇਖਿਆ ਕਲਮੇ ਦਾ ਸਟicker ਉਹਨਾਂ ਨੇ ਕਲਮਾ ਲਾ ਕੇ ਤੋਂ ਪੈਰਾਂ 'ਚ ਰੋਲ ਛੱਡਿਆ ਓਏ ਹੋਏ ਹੋਏ ਇਨਾ ਅੱਲਾਹ ਵ ਇਨਾ ਲਹਿ ਰਾਜੀ ਉੱਥੋਂ ਫਿਰ ਉਹਨਾਂ ਦੇ ਬੇਟੇ ਨੇ ਕਿਹਾ ਯਾਰ ਤੁਸੀਂ ਰੋਲ ਨਾ ਕਿ ਤੂੰ ਲਾ ਲਿਆ ਜੇਲ੍ਹ 'ਚ ਪਾ ਦੋ ਕਿਉਂ ਕਲਮੇ ਦੀ ਤੋਹੀਨ ਕਰਦੇ ਆ ਅਸਤਗਫੁਰ ਉੱਥੋਂ ਕਿ ਤੂੰ ਤੇ ਮੈਂ ਉਹਨਾਂ ਨੇ ਫਿਰ ਇਹਨਾਂ ਨੇ ਐਲਾਨ ਕਰਤਾ ਜੀ ਉਹ ਮਰਜ਼ਈਆਂ ਨੇ ਮੁਸਲਮਾਨਾਂ ਤੇ ਹਮਲੇ ਕਰ ਅੱਛਾ ਹਮਲਾ ਉਹਨਾਂ ਨੇ ਕੀਤਾ ਤੇ ਉਲਟਾ ਉਹਨਾਂ ਨੇ ਕਿਹਾ ਜੀ ਮਰਜ਼ਈਆਂ ਨੇ ਕਰ ਦਿੱਤਾ ਕਰ ਛੜਿਆ ਹਾਂਜੀ ਠੀਕ ਹੁਣ ਇਹ ਤਾਂ ਪਹਿਲੇ ਤਿਆਰ ਬੈਠੇ ਪਤਾ ਨਹੀਂ ਕਿੱਥੋਂ ਲੱਖਾਂ ਹਜ਼ਾਰਾਂ ਦੁਨੀਆ ਅੱਛਾ ਪਤਾ ਹੀ ਨਹੀਂ ਚੱਲਿਆ ਬਾਜ਼ਾਰ ਵਿੱਚ ਹਾਂ ਆ ਕੇ ਸਾਡੇ ਦੁਕਾਨਾਂ ਦੇ ਤਾਲੇ ਤੋੜੇ ਗਏ ਅੱਛਾ ਹਾਂ ਕਿਉਂਕਿ ਬਾਜ਼ਾਰ ਦੇ ਵਿੱਚ ਸਾਡੀਆਂ ਦੁਕਾਨਾਂ ਸੀ 2 ਮੇਰੇ ਭਾਈ ਦੇ ਇੱਕ ਹੋਟਲ ਸੀ ਇੱਕ ਸਟੋਰ ਹੈਗਾ ਸੀ ਅੱਛਾ ਉਹ ਇਹਨਾਂ ਤਾਲੇ ਤੋੜੇ ਗਏ ਤਾਲੇ ਤੋੜ ਕੇ ਤੇ ਇਹਨਾਂ ਸਮਾਨ ਕੱਢਿਆ ਬਾਹਰ ਕੋ ਅੱਗ ਨਾ ਆਈਆਂ ਜੀ ਅੱਗ ਲੱਗ ਤੇ ਅਸੀਂ 3 ਭਾਈ ਪਿੱਛੇ ਗਏ ਜੀ ਜੀ ਅਸੀਂ ਫਿਰ ਉਹ ਮੇਰੇ ਭਾਈਆਂ ਨੇ ਜਦੋਂ ਬਾਹਰ ਦੇਖਿਆ ਨਾ ਤਾਂ ਉਹਨੇ ਇੱਕ ਨੇ ਬਾਹਰੋਂ ਇੱਟ ਮਾਰੀ ਤੇ ਮੇਰੇ ਭਾਈ ਸੀ ਨਸੀਰ ਅਹਿਮਦ ਉਹਦੇ ਮੱਥੇ ਤੇ ਲੱਗ ਗਈ ਜੀ ਜੀ ਉਹ ਤਾਂ ਖੂਨੋ ਖੂਨ ਹੋ ਗਿਆ ਫਿਰ ਉਹ ਮੇਰਾ ਛੱਤ ਤੇ ਪਥਰਾਓ ਇੰਨਾ ਹੋ ਰਿਹਾ ਸੀ
ਕਿਉਂਕਿ ਸਾਡੀਆਂ ਬੋਤਲਾਂ ਦੀ ਦੁਕਾਨਾਂ ਆ, ਮੇਰਾ ਬੇਸ ਆ, ਮੇਰਾ ਕੋਈ ਤੇ 100 ਖਵਾਤੀਨ ਡਾਲਰ ਬੋਤਲਾਂ ਤੁਹਾਡੀ ਦਾ। ਵਾਲਦਾ ਵਗੈਰਾ ਘਰ ਹੀ ਸੀ ਸਾਰੇ ਹੀ ਉਸ ਟਾਈਮ ਵੀ? ਉਦੋਂ ਅਸੀਂ ਸਾਰੇ ਘਰ ਹੈਗੇ, ਸਾਰੇ ਜਿੰਨੇ ਭੈਣ ਭਰਾ ਭਾਈ ਜਿੰਨੇ ਵੀ ਸੀ, ਫੈਮਲੀਆਂ ਸਾਰੇ ਸ਼ਾਦੀशुदा ਬੱਚੇ ਉਹਨਾਂ ਦੇ ਘਰ ਹੀ, ਕਿਉਂਕਿ ਸਾਡਾ ਘਰ ਸੀ 13 ਮਰਲੇ ਵਿੱਚ, ਜੀ ਜੀ ਦਰਮਿਆਨ ਚ ਸੇਲ ਚ ਆਲੇ ਦੁਆਲੇ ਕਮਰੇ ਹੈਗੇ ਸੀ। ਉਹ ਜੀ, ਅੰਦਰ ਜੀ। ਕਮਰੇ ਚ ਉਹਨਾਂ ਨੇ ਕਿਹਾ ਤੁਸੀਂ ਅੰਦਰ ਬਾਹਰ ਨਹੀਂ ਨਿਕਲਣਾ, ਦਰਵਾਜ਼ੇ ਬੰਦ ਰੱਖੋ। ਜੀ ਜੀ ਉਹ ਕਿਸੇ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਸਾਡੇ ਬੈਠਕ ਨੂੰ ਅੱਗ ਬਾਹਰ ਦੇ ਦਰਵਾਜ਼ੇ ਨੂੰ ਅੱਗ ਲਾ ਹਟੀ। ਅੱਛਾ ਉਹ ਫਿਰ ਅਸੀਂ ਹਾਂਜੀ, ਉਹ ਫਿਰ ਅਸੀਂ ਆਪਣਾ ਇਹਨਾਂ ਦਾ ਮੁਕਾਬਲਾ ਕੀ ਕਰਨਾ, ਅਸੀਂ ਕੀ ਕਰ ਸਕਦੇ ਸੀ। ਉਹ ਪੱਥਰ ਇੱਕ ਬੋਤਲ ਆਈ ਫਰਸ਼ ਤੇ ਪਈ ਲੱਗੀ ਆ, ਤਾਂ ਉਹ ਟੁੱਟੀ ਹੈ, ਤੇ ਮੇਰੇ ਭਾਈ ਦੀ ਅੱਡੀ ਕੱਟੀ ਗਈ, ਅੱਡੀ ਦਾ ਜਿਹੜਾ ਮਾਸ ਸੀ ਉਹ ਕੱਟਿਆ ਗਿਆ। ਜੀ ਜੀ 2 ਭਾਈ ਜ਼ਖਮੀ ਹੋ ਗਏ। ਜੀ ਜੀ ਫਿਰ ਅਸੀਂ ਉਹ ਬਾਹਰ ਸਾਈਡ ਤੇ ਬੈਠ ਗਏ ਤੇ ਪਥਰਾ ਹੁੰਦਾ ਰਿਹਾ। ਉਹ ਮੇਰਾ ਨਾ ਕਜ਼ਨ ਇੱਕ ਆਇਆ ਹੋਇਆ ਸੀ ਘਰ, ਤੇ ਉਹਨੂੰ ਅਸੀਂ ਭਜਵਾਇਆ ਸੀ ਥਾਣੇ। ਇਹ ਹੰਗਾਮੇ ਤੇ 5 ਮਿੰਟ ਪਹਿਲੇ ਉਹਨੂੰ ਕਿਹਾ ਸੀ ਜਾ ਥਾਣੇ ਚਲਾ ਜਾ ਕੇ ਕਰਕੇ, ਤੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੈਗੇ। ਜੀ ਜੀ ਉਹ ਗਿਆ ਤਾਂ ਉਹਨਾਂ ਜਾ ਕੇ ਥਾਣੇ ਚਲਾ ਗਈ, ਤੇ ਉਧਰੋਂ ਕੋਈ ਉਹਨਾਂ ਨੇ ਐਲਾਨ ਕਰ ਛੱਡਿਆ, ਤੇ ਉਹ ਕੋਈ ਇੱਕ ਪੁਲਿਸ ਦਾ ਡੀਐਸਪੀ ਹੁੰਦਾ ਸੀ, ਤਕੀਰ ਉਹਦਾ ਨਾਂ ਸੀ। ਜੀ ਜੀ ਉਹਨੇ ਕਿਤੇ ਸੁਣਿਆ ਤਾਂ ਉਹ ਜੀ ਹਾਰਨ ਮਾਰਦੀ ਗੱਡੀ ਗੁਲਸ਼ਨ ਪਾਰਕ ਵਾਲੇ ਪਾਸੇ ਆ ਗਈ। ਅੱਛਾ ਉਹ ਜਦੋਂ ਗੱਡੀ ਆਈ ਤਾਂ ਸਾਰਾ ਜਲੂਸ ਭੱਜ ਪੁੱਜ ਗਿਆ। ਇਹ ਚਲੋ ਅੱਲਾ ਦਾ ਫਜ਼ਲ ਹੋ ਗਿਆ। ਅੱਲਾ ਹਾਂਜੀ। ਉਹ ਫਿਰ ਮੇਰੇ 2 ਭਾਈ, ਫਿਰ ਸਾਡੇ ਨਾ ਉਹ ਜੋ ਹਾਲਾਤ ਹੰਗਾਮਾ ਥੋੜੇ ਸਹੀ ਹੋਇਆ, ਤੇ ਮੇਰੇ ਸਾਡੇ ਸਦਰ ਸਾਹਿਬ ਸੀ ਹਬੀਬੁੱਲਾ ਸਾਹਿਬ, ਜੀ ਜੀ ਉਹਨਾਂ ਨੇ ਕਿਹਾ ਸੀ ਮੈਂ ਪਤਾ ਤਾਂ ਕਰਾਂ ਬੱਚਿਆਂ ਦਾ ਹੰਗਾਮਾ ਆਇਆ, ਮੈਂ ਦੇਖਾਂ ਸਹੀ ਕੁਛ ਹੈ। ਤਾਂ ਉਹ ਉੱਥੇ ਗਲੀ ਚ ਉਹਨਾਂ ਨੇ ਜਿਹੜਾ ਨਾ ਉਹ ਘਰੋਂ ਆਪਣੇ ਨਿਕਲੇ, ਤੇ ਉੱਥੋਂ ਉਹਨਾਂ ਦੇ ਜਲੂਸ ਉੱਪਰ ਇੱਕ ਬਾਜ਼ਾਰ, ਦੂਸਰੇ ਬਾਜ਼ਾਰ ਚ ਖੁੱਤੇ, ਉਹਨਾਂ ਨੇ ਫੜ ਕੇ ਉਹਨੂੰ ਕਾਫੀ ਮਾਰਿਆ। ਸਾਡੇ ਸਦਰ ਸਾਹਿਬ ਨੂੰ ਓਹੋ ਬਹੁਤ ਮਾਰਿਆ ਉਹਨਾਂ ਨੇ। ਉਹ ਵੀ ਜ਼ਖਮੀ ਹੋ ਗਏ। ਅੱਛਾ ਇਹ ਪੁਲਿਸ ਆ ਗਈ, ਤੇ ਪੁਲਿਸ ਨੇ ਇਹਨਾਂ ਦੇ ਕੋਈ 17 ਬੰਦੇ ਕੋ ਫੜ ਲਏ। ਠੀਕ ਪੁਲਿਸ ਜਿਹੜੇ ਹੰਗਾਮੇ ਬਾਜ਼ਾਰ ਚ ਜਿਹੜੇ ਹੈਗੇ ਉਹ ਫੜ ਲਏ, ਤੇ ਫੜ ਕੇ ਤੇ ਉਹਨਾਂ ਬਿਠਾ ਲਿਆ, ਤੇ ਉਹ ਗੱਡੀ ਚ ਪਾ ਕੇ ਇਹਨਾਂ ਸਾਰਿਆਂ ਨੂੰ ਲੈ ਗਏ। ਉਹ ਸਾਡੇ ਵੀ ਜਿਹੜੇ ਜ਼ਖਮੀ 3 ਹੈਗੇ ਸੀ, ਤੇ ਉਹਨਾਂ ਨੂੰ ਵੀ ਥਾਣੇ ਲੈ ਗਏ। ਠੀਕ ਕਿਉਂਕਿ ਇਹ ਫਿਰ ਕਾਫੀ ਸ਼ਾਮ ਟਾਈਮ ਹੋ ਗਿਆ, ਤੇ ਉਹ ਫਿਰ ਉੱਥੇ ਬੈਠੇ ਰਹੇ, ਤੇ ਉਹ ਜਿਹੜਾ ਐਸਐਚਓ ਸੀ ਉਸ ਥਾਣੇ ਬਾਹਰ ਚਲੇ ਗਿਆ। ਅੱਛਾ ਉਹ ਜਿਹੜੇ ਰਾਤੀ 2:30 ਵਜੇ ਇਹ ਬੰਦੇ ਜਿਹੜੇ ਪੁਲਿਸ ਨੇ ਫੜੇ ਸੀ, ਇਹਨਾਂ ਦੇ 17 ਬੰਦੇ, ਉਹਨਾਂ ਨੇ ਛੱਡ ਦਿੱਤੇ। ਅੱਛਾ ਜੀ ਉਹ ਜਿਹੜੇ ਸਾਡੇ ਜ਼ਖਮੀ ਸੀ, ਉਸ ਵਕਤ 4 ਵਜੇ ਐਸਐਚਓ ਆਇਆ ਗਿਆ। ਜੀ ਜੀ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਪਹਿਲੇ ਕਿਹਾ ਜੀ ਤੁਹਾਡਾ ਮੁਆਇਨਾ ਕਰਾਵਾਂਗੇ, ਤੇ ਫਿਰ ਤੁਹਾਡੇ ਤੇ ਇਹਨਾਂ ਤੇ ਪਰਚਾ ਕਰਾਂਗੇ। ਉਹਨਾਂ ਨੇ ਫਿਰ ਉਹਨਾਂ ਕਿਹਾ ਜੀ 4 ਵਜੇ ਇਹਨਾਂ ਨੇ ਸੁਬਾਹ ਕਿਹਾ ਜੀ ਕਿ ਜਾਓ ਹੁਣ ਤੁਸੀਂ ਜਿੱਥੇ ਮਰਜ਼ੀ ਜਾਣਾ ਚਲੇ ਜਾਓ। ਜੀ ਜੀ ਕੋਈ ਪੱਟੀ ਨਹੀਂ ਕਰਾਈ, ਕੋਈ ਮੈਡੀਕਲ ਨਹੀਂ ਕਰਾਇਆ। ਫਿਰ ਉਹ ਆਪ ਜਾ ਕੇ ਹਸਪਤਾਲੋਂ ਪੱਟੀ ਛੱਟੀਆਂ ਕਰਵਾ ਕੇ ਤੇ ਘਰਾਂ ਚ ਆਏ ਵਾਪਸ। ਜੀ ਜੀ ਇਹ ਵਾਕਿਆ ਹੈ ਸਾਡਾ। ਅੱਛਾ ਤੇ ਤੇ ਉਹਦੇ ਕੋਈ 'ਚ ਕਿਸੇ ਨੇ- ਉਹਦੇ 'ਚ ਨੁਕਸਾਨ ਤੇ ਚਲੋ ਜਿਹੜਾ ਹੋਇਆ, ਲੇਕਿਨ ਫਿਰ ਤੁਸੀਂ ਉਸੇ ਮੁਹੱਲੇ 'ਚ ਹੀ ਰਹਿੰਦੇ ਰਹੇ ਜਾਂ ਛੱਡਣਾ ਪਿਆ ਮੁਹੱਲਾ? ਉੱਥੇ ਹੀ, ਕਿਉਂਕਿ ਸਾਡਾ ਜ਼ਾਤੀ ਘਰ ਹੈ, ਅਸੀਂ ਤਾਂ ਉੱਥੇ ਰਹਿਣਾ ਸੀ, ਅਸੀਂ ਕਿੱਥੇ ਜਾਣਾ ਸੀ, ਠੀਕ ਕਿਉਂਕਿ ਉਹ ਸਾਡੀ ਗਲੀ ਅੱਛਾ ਮਸ਼ਹੂਰ ਹੈ ਲੇਕਿਨ ਸਿਆਂਤੀਆਂ ਜੀ ਦੀ। ਜੀ ਇੱਕ ਚੀਜ਼ ਦੱਸਣਾ ਕਿ ਉੱਥੇ ਅੱਛੇ ਲੋਕ ਵੀ ਤੇ ਹੋਣਗੇ ਜਿਹੜੇ ਅਹਿਮਦੀ ਨਹੀਂ ਸੀ ਹੈ। ਬੜੇ ਅੱਛੇ ਲੋਕ ਵੀ, ਹਾਂ ਮਾਸ਼ਾਅੱਲਾ ਅੱਛੇ ਲੋਕ ਸੀ। ਇਹ ਜ਼ਿਆਦਾਤਰ ਨਾ ਅਵਾਰਾ ਮੁੰਡੇ, ਜਿਹੜੇ ਅਵਾਰਾ ਮੁੰਡੇ ਹੈਗੇ ਸੀ ਨਾ, ਉਹ ਹੀ ਉਹਨਾਂ ਨੇ ਸਾਰੇ ਕੰਮ ਕੀਤੇ। ਹਾਲਾਂਕਿ ਉੱਥੋਂ ਹੀ ਖਾਂਦੇ ਪੀਂਦੇ, ਉੱਥੋਂ ਹੀ ਸਾਡੀਆਂ ਦੁਕਾਨਾਂ ਤੇ ਇਹਨਾਂ ਦੇ ਦੁਪਹਿਰ ਦੀ ਰੋਟੀ ਇਹਨਾਂ ਨੂੰ ਲੈ ਕੇ ਜਾਣੀ, ਯਾਨੀ ਸ਼ਾਮ ਦਾ ਵੀ ਆ ਕੇ ਉੱਥੋਂ ਹੀ ਖਾਣਾ। ਸਮਝ ਗਏ, ਉਧਾਰ ਵੀ ਚੱਲਦਾ ਹੈਗਾ ਸੀ। ਧਾਰ ਤੇ ਪਾਕਿਸਤਾਨ 'ਚ ਉਹ ਨਾਲ ਜਿੰਨਾ ਕੋ ਅਸੀਂ ਫਿਰ ਉਹ ਜਿਹੜਾ ਫਿਰ ਇਹ ਸਾਰੇ ਵਾਕਿਆ ਤੋਂ ਬਾਅਦ ਜਿੰਨਾ ਕੋ ਉਧਾਰ ਲੈਣਾ, ਉਹਨਾਂ ਨੇ ਸਾਨੂੰ ਕਿਸੇ ਨੇ ਉਹਨੇ ਦਿੱਤਾ। ਠੀਕ ਅੱਛਾ ਉਹ ਭਾਈ ਨੇ ਕਮੇਟੀ। ਤੁਸੀਂ ਉੱਥੇ ਕੀ ਕਰਦੇ ਸੀ ਪਾਕਿਸਤਾਨ? ਮੈਂ ਆਰਮੀ ਚ ਸਰਵਿਸ ਕਰਦਾ ਸੀ। ਉਹਦੇ ਬਾਵਜੂਦ ਉਹਨਾਂ ਨੂੰ ਪਤਾ ਵੀ ਸੀ ਤੁਸੀਂ ਆਰਮੀ 'ਚ ਜੇ, ਤੇ ਤਾਂ ਵੀ ਹਮਲਾ ਪਤਾ ਕਰਤਾ? ਹਾਂ ਨਹੀਂ, ਇੱਕਦਮ ਤਾਂ ਪਤਾ ਤਾਂ ਹੈ ਨਾ ਕਿ ਮੈਂ ਉਦੋਂ ਪਿੰਡੀ ਹੁੰਦਾ ਸੀ ਜਦੋਂ ਵਾਕਿਆ ਪਿੰਡੀਓ। ਮੈਂ ਇੱਕ ਵਾਰੀ ਆਇਆ, ਇਹ ਵਾਕਿਆ ਦਾ ਹਾਲਾਤ ਖਰਾਬ ਹੋਣ ਤੋਂ ਥੋੜੇ ਦਿਨ ਪਹਿਲੇ ਮੈਂ ਪਿੰਡੀਓ ਆਉਂਦਾ ਸੀ, ਸ਼ਾਮੀ 3:45 ਵਜੇ ਰੇਲ ਪਰ ਪਿੰਡੀਓ ਚੱਲਦੀ ਸੀ, ਤੇ 9 ਵਜੇ ਲਾਹੌਰ ਪਹੁੰਚੀ। ਜੀ ਜੀ ਮੈਂ ਅਕਸਰ ਉੱਥੇ ਹੀ ਆਉਂਦਾ ਹੁੰਦਾ। ਜੀ ਤੇ ਮੈਂ ਆਪਣਾ ਲਾਲਪੁਰ ਤੋਂ ਉਤਰੇ ਆਏ ਬਾਜ਼ਾਰ ਤੇ ਆਪਣੇ, ਤੇ ਸਾਡੇ ਬਾਜ਼ਾਰ ਤੋਂ ਪਹਿਲੇ ਛੋਟਾ ਬਾਜ਼ਾਰ ਸੀ, ਉੱਥੋਂ ਮੈਂ ਵੜਿਆ ਤੇ ਪਿੱਛੇ ਜਲੂਸ ਬੜਾ ਖਲੋਤਾ ਹੋਇਆ। ਅੱਛਾ ਮੈਂ ਉਹਨਾਂ ਦੇ ਅੱਗੇ ਆਇਆ, ਗੱਲ ਕਰਦੇ, ਉਹਨਾਂ ਨੂੰ ਪਤਾ ਸੀ ਕਿ ਇਹ ਫੌਜੀ ਹੈ। ਜੀ ਜੀ ਮੈਂ ਆਪਣੇ ਘਰ ਦਾ ਦਰਵਾਜ਼ਾ ਆਏ, ਆਪਣੇ ਘਰ ਦੇ ਆਏ, ਦਰਵਾਜ਼ਾ ਖੋਲ੍ਹ ਕੇ, ਘਰ ਦੇ ਦਰਵਾਜ਼ਾ ਕੋਈ ਨਾ ਕੋਈ ਜਲੂਸ ਮੇਰੇ ਕੋਲੋਂ ਨਿਕਲ ਕੇ ਤੇ ਬਾਜ਼ਾਰ 'ਚ ਗਿਆ, ਸਾਡੀ ਦੁਕਾਨਾਂ 'ਤੇ ਜਾ ਕੇ। ਅੱਛਾ ਇਹ ਦੱਸੋ ਅਜ਼ਹਰ ਜੀ। ਸਾਹਿਬ ਕਿ ਇਹ ਇੰਨੀ ਨਫ਼ਰਤ ਕਰਦੇ ਨੇ, ਨਾਮ ਲੈਂਦੇ ਨੇ ਇਸਲਾਮ ਦਾ ਇੱਕ ਪਾਸੇ, ਜੀ ਸਰ। ਦੂਸਰੇ ਪਾਸੇ ਆਗਾਂ ਲਾਉਂਦੇ ਨੇ, ਲੁੱਟਮਾਰ ਕਰਦੇ ਨੇ। ਕਿਹੜੇ ਇਸਲਾਮ 'ਚ ਦੱਸਿਆ ਗਿਆ ਕਿ ਤੁਸੀਂ ਲੁੱਟਮਾਰ ਕਰਕੇ ਤੇ ਆਪਣੇ ਘਰਾਂ 'ਚ ਇਹ ਚੀਜ਼ਾਂ ਲੈ ਜਾਓ? ਇਹ ਸਿਰਫ ਮੁੱਲਾ ਦਾ ਇਸਲਾਮ ਕਹਿੰਦਾ ਹੈ। ਰਸੂਲੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਸਲਾਮ ਤੇ ਚੀਨਾ ਤੇ ਨਹੀਂ ਕਹਿੰਦੇ। ਇਹ ਮੁੱਲਾ ਦਾ ਇਸਲਾਮ ਹੈ, ਚੀਨਾ ਕਹਿੰਦਾ ਹੈ ਜੀ ਜੀ ਕਿ ਇਹਨਾਂ ਦੇ ਘਰਾਂ ਨੂੰ ਅੱਗਾਂ ਲਾ ਛੱਡੋ, ਜੀ ਜੀ ਇਹਨਾਂ ਦਾ ਕੋਈ ਚੀਜ਼, ਇਹਨਾਂ ਦੀ ਲੁੱਟਮਾਰ ਕਰਨੀ ਜਾਇਜ਼ ਹੈਗੀ ਹੈ, ਇਹਨਾਂ ਦਾ ਮਾਲ ਖਾਣਾ ਹਲਾਲ ਹੈਗਾ। ਜੀ ਜੀ ਤੇ ਬਸ ਅੱਲਾਹ ਤਾਲਾ ਨੇ ਸਾਡੀ ਹਿਫਾਜ਼ਤ ਕੀਤੀ, ਅੱਲਾਹ ਤਾਲਾ ਨੇ ਸਾਡੀ ਹਿਫਾਜ਼ਤ 'ਚ, ਔਰ ਸਾਰੇ ਅੱਲਾਹ ਦਾ ਸ਼ੁਕਰ ਉੱਤੇ। ਫਿਰ ਉਹਦੇ ਬਾਅਦ ਮੈਂ ਫਿਰ
ਠੋਕਰ ਤੇ ਫਿਰ ਉਹ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਫਿਰ ਮੈਂ ਆ ਗਿਆ, ਫਿਰ ਇੱਕ ਮੈਨੂੰ ਜੌਬ ਮਿਲੀ ਮਾਡਰਨ ਆਟੋ ਕਾਰਪੋਰੇਸ਼ਨ। ਜੀ ਜੀ ਉਹ ਨਿਆਜ਼ ਠੋਕਰ ਹੈਡ ਆਫਿਸ ਹੈਗੇ ਸੀ, ਉਹ ਐਕਸੀਵੇਟਰ ਦਾ ਕੰਮ ਕਰਦੇ ਸੀ, ਯਾਨੀ ਅਸਲ ਇੱਕ ਨੰਬਰ ਕੰਮ ਕਰਦੇ ਸੀ। ਜੀ ਜੀ ਉੱਥੇ ਫਿਰ ਮੈਂ ਜੌਬ ਕਰਦਾ ਰਿਹਾ ਤੇ 28 ਮਈ ਦੇ ਵਾਕਿਆ ਔਰ ਸਾਡਾ ਸਾਹਿਬ, ਮੈਂ ਤੇ ਸਾਡੇ 2 ਬੰਦੇ ਹੋਰ ਸੀ, ਉਹ 2 ਬੰਦੇ ਕਿਤੇ ਕੰਮ ਚਲੇ ਗਏ, ਮੈਂ ਤੇ ਮੇਰਾ ਸਾਹਿਬ ਅਸੀਂ ਜੁਮਾ ਪੜ੍ਹ ਮਾਡਰਨ ਤੋਂ ਪੜ੍ਹਨ ਜਾਈਏ। ਜੀ ਜੀ ਉਸ ਦਿਨ ਅਸੀਂ ਗਏ ਆ ਜੁਮਾ ਪੜ੍ਹਨ, ਤੇ ਉੱਥੇ ਦੇ 1:30 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਹੁੰਦੇ ਸੀ। ਠੀਕ ਮਸਜਿਦ ਦੀ ਜੋ ਖੁਤਬਾ ਸ਼ੁਰੂ ਹੋਣਾ ਦਰਵਾਜ਼ੇ ਬੰਦ ਹੋ ਜਾਂਦੇ ਸੀ। ਜੀ ਜੀ ਅੱਛਾ, ਅਸੀਂ ਉਹ ਤੋਂ ਪਹਿਲੇ ਜਾਈਦਾ ਫਿਰ। ਇੱਕ ਇੱਥੇ ਸ਼ਾਰਟ ਇੱਕ ਬ੍ਰੇਕ ਦਾ ਕਿਹਾ ਜਾ ਰਿਹਾ, ਮੈਨੂੰ ਇੱਕ ਬ੍ਰੇਕ ਲੈ ਲਈਏ, ਉਹਦੇ ਬਾਅਦ ਅਗਲੀ ਤੁਹਾਡੀ ਜੀ। ਗੱਲਬਾਤ ਸੁਣਨੀ ਹੈ। ਲਓ ਜੀ ਜੀ ਨਾਲ ਬਿਲਕੁਲ ਸਰ ਜੀ ਸਰ। ਜੁੜੇ ਰਹੋ ਨਾਈਨ ਬ੍ਰਦਰਸ ਟੀਵੀ ਦੇ ਨਾਲ। ਅੱਗੋਂ ਇਹ ਦੱਸਣਾ ਚਾਹ ਰਹੇ ਕਿ 28 ਮਈ ਨੂੰ ਜਿਹੜਾ ਵਾਕਿਆ ਪੇਸ਼ ਹੋਇਆ ਆਇਆ ਉੱਥੇ ਪਾਕਿਸਤਾਨ ਮਾਡਲ ਟਾਊਨ, ਉੱਥੇ ਵੀ ਇਹ ਮੌਜੂਦ ਸਨ। ਇਹਨਾਂ ਦੀ ਜ਼ਬਾਨੀ ਇਹਨਾਂ ਕੋਈ ਸੁਣਨੇ। ਜੁੜੇ ਰਹੋ ਨਾਈਨ ਬ੍ਰਦਰਸ ਟੀਵੀ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡੀ ਖਿਦਮਤ 'ਚ ਦੁਬਾਰਾ ਹਾਜ਼ਰ।